ब्रेक तो बाद एक बार फिर तो साडे सारे दर्शकों का स्वागत है जी प्रोग्राम ग्लोबल गलबात दे विच। सो जिस तरीके दे नाल असीं ब्रेक ते जाण तो पहला अपने दर्शकों नूं कहा सी, सो आओ बिल्कुल ठीक उस तरह दे नाल असीं तुहानूं दिल्ली ते हरियाणा दे जिहड़े बार्डर ਸਿੰਘੂ बार्डर जिन्हों कुंडली बार्डर भी कहा जाता है सिद्धा लैके चलते हैं, जिथे साडे सहयोगी पत्रकार कुलदीप सिंह भोड़े साडे नाल लाइव इस वेले जुड़ चुके हैं जी। जिहड़े दर्शक तस्वीरां देखणियां चाहुंदे हैं उन्हां दे लई खास असीं तस्वीरां साडे सहयोगी कुलदीप सिंह भोड़े ਸਿੰਘੂ बार्डर तो लैके साडे नाल जुड़ रहे हैं। तो बहुत बहुत स्वागत है जी कुलदीप, मेरी आवाज़ पहुँच रही है तुहाडे तक? बिल्कुल राव जी, बहुत बहुत धन्यवाद। असीं मीटिंग ਦੇ ਵਿੱਚੋਂ ਅਸੀਂ ਹੁਣੇ ਆਏ ਆ। ਅਸੀਂ ਉੱਥੇ ਜਿਹੜੀ ਅੱਜ ਵਿਗਿਆਨ ਭਵਨ ਦੇ ਵਿੱਚ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਨਾਲ ਮੀਟਿੰਗ ਸੀ। ਮੀਟਿੰਗ ਦੇ ਵਿੱਚ ਹਾਲਾਂਕਿ ਕੋਈ ਸਿੱਟਾ ਨਹੀਂ ਨਿਕਲਿਆ। 9 ਦਸੰਬਰ ਨੂੰ ਜਿਹੜੀ ਹੁਣ ਮੁੜ ਮੀਟਿੰਗ ਹੋਵੇਗੀ। ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਕੇਂਦਰ ਨੂੰ ਕਿ ਜਿਹੜਾ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਜਥੇਬੰਦੀਆਂ ਨੇ ਜਿਹੜਾ ਐਲਾਨ ਕਰ ਦਿੱਤਾ ਕਿ ਸਾਡਾ ਸਟੈਂਡ ਸਪਸ਼ਟ ਹੈ ਵੀ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਪਰ ਕੇਂਦਰ ਕਿਤੇ ਨਾ ਕਿਤੇ ਸੋਧ ਕਰਾਉਣ ਤੇ ਅੜੀ ਹੋਈ ਹੈ। ਹੁਣ ਅਗਲੀ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਉਹ ਜਿਹੜਾ ਸਮਾਂ ਹੀ तय करेगा। ਅਸੀਂ ਥੋੜੇ ਜਿਹੇ ਸਮੇਂ ਦੇ ਵਿੱਚ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਹੋਣੀ ਨੇ ਇਹ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ। ਗੱਲਬਾਤ ਕਰਦੇ ਆ ਕੀ ਕਹਿਣ ਕੀ ਉੱਥੇ ਗੱਲਬਾਤ ਮੈਂ ਇੱਕ ਮਿੰਟ ਤੁਹਾਨੂੰ ਰੋਕਣਾ ਚਾਹੂੰਗਾ ਕਿਉਂਕਿ ਤਸਵੀਰਾਂ ਦੇ ਵਿੱਚ ਥੋੜੀ ਸਮੱਸਿਆ ਸਾਨੂੰ ਦਿਖ ਰਹੀ ਹੈ ਕਿ ਤੁਹਾਡੇ ਇਸ ਸੰਘਰਸ਼ ਨੂੰ ਲੰਬਾ ਕਰ ਰਹੇ ਨੇ ਵੀ ਇਹ ਜਿਹੜਾ ਬਿਨਾਂ ਕੁਝ ਇਹ ਕਿਸਾਨਾਂ ਨੂੰ ਦਿੱਤੇ ਆ ਇਹ ਸੰਘਰਸ਼ ਜਿਹੜਾ ਇਹ ਤਿੱਤਰ ਬਿੱਤਰ ਹੋ ਜਾਏ। ਉਹ ਅੱਜ ਜਦੋਂ ਜਾ ਕੇ ਗੱਲਬਾਤ ਸ਼ੁਰੂ ਹੋਈ ਆ ਤੇ ਉਸੇ ਟਾਈਮ ਤੇ ਪਿਛਲੀ ਤੋਤਾ ਰੱਟ ਉਹਨਾਂ ਨੇ ਸ਼ੁਰੂ ਕਰਤੀ ਵੀ ਆਓ ਭਾਈ ਦੱਸੋ ਇਹਦੇ ਕੀ ਕਮੀਆਂ ਨੇ। ਉਹ ਕਮੀਆਂ ਜਿਹੜੀਆਂ ਨੇ ਜਿਹੜੀਆਂ ਤੁਹਾਨੂੰ ਦੱਸ ਚੁੱਕੇ ਆ ਔਰ ਤੁਸੀਂ ਇਹ ਗੱਲ ਖੁਦ ਮੰਨ ਰਹੇ ਹੋ ਵੀ ਇਹਦੇ ਵਿੱਚ 99% ਕਮੀਆਂ ਨੇ। ਅਸੀਂ ਇਹ 'ਚ ਮੰਨ ਲਿਆ ਸਾਰਾ ਕੁਝ ਵੀ ਆ ਵੀ ਸੋਧ ਕਰ ਦਿੰਦੇ ਆ। ਜਦੋਂ 99% ਕਮੀਆਂ ਤੁਸੀਂ ਖੁਦ ਮੰਨਦੇ ਹੋ ਤੇ ਫਿਰ ਉਹ 'ਚ ਬਾਕੀ ਕੀ ਰਹਿ ਗਿਆ। ਹੁਣ ਜਿਸ ਤਰ੍ਹਾਂ ਕਿ ਕਿਸੇ ਖੱਲ ਰਹਿ ਜਾਵੇ ਤੇ ਵਿੱਚੋਂ ਸਾਰੀਆਂ ਹੱਡੀਆਂ ਮਾਸ ਸਾਰਾ ਕੁਝ ਨਿਕਲ ਜਾਏ ਤੇ ਫਿਰ ਖੱਲ ਦਾ ਕੀ ਕਰਕੇ ਕਾਹਦੇ ਵਾਸਤੇ ਰੱਖਣਾ ਵੀ। ਸੋ ਇਸ ਕਰਕੇ ਇਹ ਬਿਨਾਂ ਵਜ੍ਹਾ ਤੋਂ ਇਹ ਪਰੇਸ਼ਕਾਰਾਂ ਨੇ ਅਸਲ ਜਿਹੜੀ ਸੋਚ ਹੈ ਉਹਨਾਂ ਦੀ ਇਹ ਆ ਕਿ ਬਗੈਰ ਕੁਝ ਦਿੱਤਿਆਂ ਇਹ ਜਿਹੜਾ ਸੰਘਰਸ਼ ਹੈ। ਮੈਂ ਤਾਂ ਜਦੋਂ ਉੱਠਣ ਲੱਗੇ ਸਾਂ ਤੇ ਉਸ ਤੋਂ ਬਾਅਦ ਇਹ ਮੰਤਰੀ ਸਾਹਿਬ ਨੂੰ ਦੱਸਤਾ ਕਿ ਮੰਤਰੀ ਸਾਹਿਬ ਮੇਰੇ ਵੱਲੋਂ ਤੁਹਾਡੇ ਵੱਲੋਂ ਜਿਹੜੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਜਿਹੜੀ ਤੁਹਾਡੀ ਨੀਅਤ ਤੇ ਨੀਤੀ ਆ ਇਹ ਕਿਸਾਨਾਂ ਪ੍ਰਤੀ ਹਮਦਰਦੀ ਭਰੀ ਨਹੀਂ ਹੈਗੀ। ਉਹ ਜਿਹੜੇ ਮੁੰਡੇ ਅਸੀਂ 6 ਫੜਾਏ ਨੇ, 2 ਕੁੜੀਆਂ ਸੀ, ਕੁੜੀਆਂ ਤਾਂ ਅਸੀਂ ਜਿਹੜੀਆਂ ਉਹ ਨਹੀਂ ਫੜਾਈਆਂ, ਮੁੰਡੇ ਫੜਾਤੇ ਨੇ, ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ। ਔਰ ਹੋਰ ਵੀ ਜਿਹੜੇ ਨੇ ਤੁਸੀਂ ਲੰਬਾ ਇਸ ਕਰਕੇ ਲਿਜਾ ਰਹੇ ਹੋ ਕਿ ਇਹ ਜਿਹੜਾ ਲੰਬਾ ਜਿੰਨਾ ਲੰਬਾ ਜਾਏਗਾ ਇੱਥੇ ਸ਼ਰਾਰਤੀ ਕੋਈ ਸ਼ਰਾਰਤ ਕਰੇਗਾ, ਭਗਦੜ ਮਚੇਗੀ। ਪੁਲਿਸ ਜਿਹੜੀਆਂ ਫੋਰਸਾਂ 4 ਚੁਫੇਰੇ ਸਾਡੇ ਖਲੋਤੀਆਂ ਨੇ ਉਹ ਲਾਠੀ ਚਾਰਜ ਕਰਨਗੀਆਂ, ਗੋਲੀ ਚਲਾਉਣਗੀਆਂ ਤੇ ਇਹਨਾਂ ਨੇ ਹੁੱਲੜਬਾਜੀ ਕਰਨੀ ਸ਼ੁਰੂ ਕਰਤੀ। ਇਹ ਜੀ ਗਲੀਆਂ ਨੂੰ ਭੱਜੇ, ਲੋਕਾਂ ਦੇ ਘਰਾਂ 'ਚ ਗਏ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰਕੇ ਤੇ ਇਹ ਜਿਹੜਾ ਇਸ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦਾ। ਸਮਾਂ ਸਾਡੇ ਲਈ ਬਹੁਤ ਘੱਟ ਆ। ਸਿਰਸਾ ਜੀ ਮੈਨੂੰ ਦੱਸੋ ਅਗਲੀ ਮੀਟਿੰਗ ਕਦੋਂ ਆ ਹੁਣ ਕੇਂਦਰ ਦੇ ਨਾਲ? ਅਗਲੀ ਮੀਟਿੰਗ ਜਿਹੜੀ ਆ 9 ਤਰੀਕ ਨੂੰ ਜਿਹੜੀ ਆ ਉਹ ਰੱਖੀ ਗਈ ਆ। 9 ਨੂੰ ਮੀਟਿੰਗ ਹੋਏਗੀ। 8 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਥੇਬੰਦੀ ਕਿੰਨੀ ਕੁ ਤਿਆਰੀ ਹੋ ਗਈ? ਬਿਲਕੁਲ ਕਾਇਮ ਹੈ, ਪੱਕਾ ਰਹੇਗਾ। ਔਰ ਅਸੀਂ ਸਾਡੇ ਜਿਹੜੇ ਕਿਸਾਨ ਨੇ ਵੱਖ-ਵੱਖ ਸੂਬਿਆਂ ਤੋਂ ਬਹੁਤ ਗਿਣਤੀ ਵਿੱਚ ਹੋਰ ਆ ਰਹੇ ਆ। ਇਹ ਸਨ ਜੀ। ਅੱਛਾ ਕੁਲਦੀਪ, ਹੁਣ 8 ਤਰੀਕ ਨੂੰ ਜਿਹੜਾ ਦਸੰਬਰ 8 ਦਸੰਬਰ ਦਾ ਜਿਹੜਾ ਭਾਰਤ ਬੰਦ ਦੀ ਕਾਲ ਕਿਸਾਨ ਦੇ ਚੁੱਕੇ ਨੇ ਤੇ 9 ਨੂੰ ਹੁਣ ਅਗਲੀ ਮੀਟਿੰਗ ਵੀ ਆ ਤੇ ਤੁਸੀਂ ਕਿਉਂਕਿ ਖੁਦ ਇਸ ਪੂਰੇ ਅੱਜ ਦੀ ਜਿਹੜੀ 5ਵੇਂ ਗੇੜ ਦੀ ਮੀਟਿੰਗ ਹੋਈ ਆ ਤੁਸੀਂ ਖੁਦ ਕਿਸਾਨਾਂ ਦੇ ਨਾਲ ਉੱਥੇ ਗਏ ਵਿਗਿਆਨ ਭਵਨ ਤੇ ਵਾਪਸ ਵੀ ਤੁਸੀਂ ਨਾਲ ਹੀ ਆਏ ਹੋ। ਤੇ ਜਦੋਂ ਕਿਸਾਨ ਇੱਥੋਂ ਜਾ ਰਹੇ ਸੀ ਤੇ ਮੀਟਿੰਗ ਤੋਂ ਬਾਅਦ ਜਦੋਂ ਕਿਸਾਨ ਵਾਪਸ ਆ ਰਹੇ ਸੀ ਬੱਸ ਦੇ ਵਿੱਚ, ਕੀ ਤੁਹਾਨੂੰ ਕੋਈ ਫਰਕ ਲੱਗ ਰਿਹਾ ਸੀ ਕਿਸਾਨਾਂ ਦੇ ਜੋਸ਼ ਦੇ ਵਿੱਚ ਜਾਂਦੇ ਹੋਏ ਤੇ ਆਉਂਦੇ ਹੋਏ? ਕੁਝ ਡਿਫਰੈਂਸ ਸੀ ਜਾਂ ਜੋਸ਼ ਉਸੇ ਤਰੀਕੇ ਦਾ ਹੈ ਕਿਸਾਨਾਂ ਦੇ ਨਾਲ? ਜੋ ਉਮੀਦ ਆ ਉਹਨਾਂ ਨੂੰ ਕਿ ਉਹਨਾਂ ਦੀ ਜਿੱਤ ਹੋਵੇਗੀ, ਉਹਨਾਂ ਦਾ ਸੰਘਰਸ਼ ਜਿੱਤੇਗਾ, ਉਹ ਉਮੀਦ ਉਸੇ ਤਰ੍ਹਾਂ ਦੀ ਹੈ ਜਾਂ ਫਿਰ ਮੀਟਿੰਗ ਤੋਂ ਬਾਅਦ ਕੁਛ ਨਾ ਕੁਛ ਤੁਹਾਨੂੰ ਲੱਗ ਰਿਹਾ ਕਿ ਥੋੜਾ ਜਿਹਾ ਫਰਕ ਲੱਗ ਰਿਹਾ? ਰਾਵਰਿੰਦਰ ਜੀ, ਜਥੇਬੰਦੀਆਂ ਦੇ ਵਿੱਚ ਜੋਸ਼ ਪੂਰਾ ਹੈ। ਜਥੇਬੰਦੀਆਂ ਨੂੰ ਇਹ ਪਤਾ ਲੱਗ ਗਿਆ ਕਿ ਕਿਸਾਨੀ ਅੰਦੋਲਨ ਜਿੱਤ ਗਿਆ ਹੈ, ਜਿੱਤ ਗਈ ਨੇ ਜਥੇਬੰਦੀਆਂ। ਕਿਸਾਨ ਜਥੇਬੰਦੀਆਂ ਜੋ ਭਾਰਤ ਦੇ ਕਿਸਾਨ ਜਿਹੜਾ ਅੰਦੋਲਨ ਲੜ ਰਹੀਆਂ ਸੀ, ਕਿਉਂਕਿ ਸਰਕਾਰ ਪਹਿਲਾਂ ਸੋਧ ਕਰਨ ਨੂੰ ਵੀ ਤਿਆਰ ਨਹੀਂ ਸੀ, ਅਮੈਂਡਮੈਂਟ ਕਰਨ ਨੂੰ ਵੀ ਤਿਆਰ ਨਹੀਂ ਸੀ ਖੇਤੀ ਕਾਨੂੰਨਾਂ 'ਚ। ਹੁਣ ਅਮੈਂਡਮੈਂਟ ਕਰਨ ਦੀ ਗੱਲ ਕਹਿ ਰਹੀ ਹੈ। ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਰਕਾਰ ਝੁਕ ਗਈ ਹੈ, ਦਬਾਅ ਥੱਲੇ ਆ ਗਈ ਹੈ। ਪਰ ਹੁਣ ਜਥੇਬੰਦੀਆਂ ਨੇ ਜਿਹੜਾ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਅਸੀਂ ਕੋਈ ਵੀ ਗੱਲ ਨਹੀਂ ਕਰਨੀ। ਮੀਟਿੰਗ ਦੇ ਵਿੱਚ ਜੈਸ ਅਤੇ ਨੋ ਦੀ ਜਿਹੜਾ ਉਹਨਾਂ ਨੇ ਆਪਣੇ ਕਿਸਾਨਾਂ ਨੇ ਜੋ ਜਥੇਬੰਦੀਆਂ ਦੇ ਆਗੂ ਸੀ ਆਪਣੀ ਫਾਈਲ ਦੇ ਉੱਪਰ ਉਹਨਾਂ ਨੇ ਪੈਨ ਨਾਲ ਲਿਖ ਕੇ ਜਿਹੜਾ ਮੰਤਰੀਆਂ ਨੂੰ ਦਿਖਾ ਦਿੱਤਾ ਵੀ ਜੈਸ
ਤੇ ਨੋ ਜੇਕਰ ਤੁਸੀਂ ਨਹੀਂ ਰੱਦ ਕਰਨਾ ਚਾਹੁੰਦੇ ਸਾਨੂੰ ਆ ਤਾਂ ਦੱਸ ਦਿਓ, ਜੇਕਰ ਤੁਸੀਂ ਰੱਦ ਕਰਨਾ ਚਾਹੁੰਦੇ ਤੁਹਾਨੂੰ ਤਾਂ ਦੱਸ ਦਿਓ, ਹਾਂ ਕਹਿ ਦਿਓ। ਇੱਥੋਂ ਤੱਕ ਜਿਹੜੀ ਗੱਲ ਪਹੁੰਚ ਗਈ ਸੀ। ਹੁਣ ਅਗਲੀ ਮੀਟਿੰਗ 9 ਦਸੰਬਰ ਨੂੰ ਸੱਦੀ ਗਈ ਆ, ਉਹਦੇ ਉੱਤੇ ਸਾਰੇ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਟੁਕੀਆਂ ਹੋਈਆਂ ਨੇ। ਵਰਲਡ ਦਾ ਜਿਹੜਾ ਅੰਦੋਲਨ ਬਣ ਚੁੱਕਾ ਹੈ, ਵਰਲਡ ਲੈਵਲ ਤੇ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਆ। ਉਹ ਕਹਿੰਦੇ ਕਿ ਠੀਕ ਹੈ, ਤੁਹਾਡਾ ਜਿਹੜਾ ਸੰਘਰਸ਼ ਹੈ, ਅੰਦੋਲਨ ਆ, ਬੜਾ ਅਨੁਸ਼ਾਸਨ ਦੇ ਵਿੱਚ ਹੋ ਕੇ ਚੱਲ ਰਿਹਾ, ਪਰ ਤੁਸੀਂ ਇਦਾਂ ਕਰੋ ਕਿ ਕੋਈ ਠੰਡ ਵੱਧ ਗਈ ਆ ਤੇ ਬੱਚੇ ਜਿਹੜੇ ਤੁਹਾਡੇ ਨਾਲ ਨੇ ਤੇ ਬਜ਼ੁਰਗ ਤੁਹਾਡੇ ਜਿਹੜੇ ਨਾਲ ਨੇ ਉਹਨਾਂ ਨੂੰ ਘਰੇ ਭੇਜ ਦਿਓ। ਇਸ ਤਰ੍ਹਾਂ ਦਾ ਜਿਹੜੀ ਅਪੀਲ ਆ ਇੱਕ ਉਹ ਕੀਤੀ ਹੈ। ਮੈਂ ਵੈਸੇ ਜਾਣਨਾ ਚਾਹੁੰਦਾ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉੱਥੇ ਨਾਲ ਹੀ ਹੋ, ਬੱਚਿਆਂ ਦੀ ਗਿਣਤੀ ਕਿੰਨੀ ਕੁ ਤੁਹਾਡੇ ਹਿਸਾਬ ਦੇ ਨਾਲ ਹੈਗੀ ਆ? ਕਿਉਂਕਿ ਬਜ਼ੁਰਗ ਤਾਂ ਅਸੀਂ ਦੇਖਿਆ, ਬਜ਼ੁਰਗ ਤਾਂ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਨੇ, ਚਾਹੇ ਸਾਡੇ ਬੇਬੇ ਨੇ ਚਾਹੇ ਬਾਪੂ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਬੱਚਿਆਂ ਦੀ ਗਿਣਤੀ ਤੁਹਾਨੂੰ ਕਿੰਨੀ ਕੁ ਲੱਗਦੀ ਆ ਕਿ ਇਸ ਸੰਘਰਸ਼ ਦੇ ਵਿੱਚ ਇੰਨੇ ਕੁ ਬੱਚੇ ਹੈਗੇ ਆ ਸ਼ਾਮਿਲ? ਰਾਵਰਿੰਦਰ ਜੀ, ਬੱਚੇ ਹੈਗੇ ਨੇ, ਕਾਫੀ ਘੱਟ ਤਾਦਾਦ ਦੇ ਵਿੱਚ ਨੇ, ਪਰ ਬਜ਼ੁਰਗ ਪੁਰਸ਼ ਜ਼ਿਆਦਾ ਨੇ ਤੇ ਬੀਬੀਆਂ ਜਿਹੜੀਆਂ ਗਰਾਹਾਂ ਵਾਲਾ ਜਿਹੜਾ ਉਧਰ ਟੀਕਰੀ ਬਾਰਡਰ ਤੇ ਜਿੱਥੇ ਮੋਰਚਾ ਲਗਾਇਆ ਉੱਥੇ ਬੀਬੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਬੇਸ਼ੱਕ ਖੇਤੀਬਾੜੀ ਮੰਤਰੀ ਨੇ ਜੋ ਨਰਿੰਦਰ ਤੋਮਰ ਪਹਿਲਾਂ ਵੀ ਅਪੀਲ ਕਰ ਚੁੱਕੇ ਨੇ ਕਿਸਾਨ ਜਥੇਬੰਦੀਆਂ ਨੂੰ, ਪਰ ਕਿਸਾਨ ਜਥੇਬੰਦੀਆਂ ਦਾ ਸਟੈਂਡ ਸਪਸ਼ਟ ਆ, ਜਿੰਨਾ ਚਿਰ ਅਸੀਂ ਜੰਗ ਨਹੀਂ ਜਿੱਤਦੇ ਕਿਸਾਨੀ ਅੰਦੋਲਨ ਦੀ, ਖੇਤੀ ਕਾਨੂੰਨਾਂ ਨਾਲ ਚਿਰ ਅਸੀਂ ਵਾਪਸ ਨਹੀਂ ਜਾਵਾਂਗੇ। ਪਹਿਲਾਂ ਵੀ ਉਹ ਕਹਿ ਚੁੱਕੇ ਨੇ ਵੀ ਠੰਡ ਬਹੁਤ ਹੋ ਚੁੱਕੀ ਹੈ, ਵੀ ਕਿਸਾਨ ਜਿਹੜਾ ਆਪਣਾ ਅੰਦੋਲਨ ਛੱਡ ਦੇਣ। ਕਰੋਨਾ ਦੀ ਵੀ ਗੱਲ ਕਹਿ ਚੁੱਕੇ ਨੇ, ਪਰ ਜਥੇਬੰਦੀਆਂ ਦਾ ਸਾਫ਼ ਇਹੀ ਕਹਿਣਾ ਹੈ ਕਿ ਜਿੰਨਾ ਚਿਰ ਅਸੀਂ ਜੰਗ ਨਹੀਂ ਜਿੱਤਦੇ ਖੇਤੀ ਕਾਨੂੰਨਾਂ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਭੋੜੇ ਸਾਨੂੰ ਇਹ तमाम ਜਾਣਕਾਰੀ ਦੇਣ ਦੇ ਲਈ, ਤਸਵੀਰਾਂ ਦਿਖਾਉਣ ਦੇ ਲਈ। ਸੋ ਸਾਡੇ ਨਾਲ ਸਾਡੀ ਟੀਮ ਮੈਂਬਰ ਕੁਲਦੀਪ ਸਿੰਘ ਭੋੜੇ, ਗੁਰਪ੍ਰੀਤ ਸਿੰਘ ਤੇ ਗਗਨ ਹੋਰੀ ਜੁੜੇ ਸੀ ਸਿੰਘੂ ਬਾਰਡਰ ਦੇ ਵਿੱਚੋਂ, ਤੇ ਗੱਲਬਾਤ ਜਿਸ ਤਰੀਕੇ ਦੇ ਨਾਲ ਹੋਈ ਆ ਤੇ ਉਹਨਾਂ ਦਾ ਆਖਣਾ ਹੈ ਕਿ ਕਿਸਾਨਾਂ ਦਾ ਜਿਹੜਾ ਜੋਸ਼ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਤੇ ਬਿਲਕੁਲ ਹੁਣ ਕਿਸਾਨਾਂ ਨੇ ਪੈਰ ਆਪਣੇ ਜਮਾ ਲਏ ਨੇ ਸਿੰਘੂ ਦੇ ਟਿੱਕਰੀ ਦੇ ਇਹਨਾਂ ਬਾਰਡਰਾਂ ਦੇ ਉੱਤੇ, ਤੇ ਹੁਣ ਕਿਸਾਨਾਂ ਦੇ ਪੈਰ ਹਿਲਾਉਣੇ ਕੇਂਦਰ ਸਰਕਾਰ ਦੇ ਲਈ ਵੀ ਇੱਕ ਬਹੁਤ ਵੱਡੀ ਮੁਸੀਬਤ ਵਾਲਾ ਜਿਹੜਾ ਕੰਮ ਹੈ ਉਹ ਬਣ ਗਿਆ, ਇੱਕ ਵੱਡੀ ਚੁਣੌਤੀ ਹੈ। ਪਰ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਇਸ ਵੇਲੇ ਦੋਨੋਂ ਪਾਸਿਓਂ ਜੇਕਰ ਗੱਲ ਕਰੀਏ ਤਾਂ ਫਸ ਗਈ ਆ। ਇੱਕ ਪਾਸੇ ਸਰਕਾਰ ਹੁਣ ਤੱਕ ਦਾਅਵਾ ਇਹੀ ਕਰਦੀ ਆ ਰਹੀ ਸੀ ਕਿ ਦੇਖੋ ਜੀ ਅਸੀਂ ਕਾਨੂੰਨ ਬੜੇ ਸੋਚ ਸਮਝ ਕੇ ਬਣਾਏ ਨੇ, ਤਿੰਨੋਂ ਕਾਨੂੰਨਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਤੇ ਤਿੰਨੇ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਨੇ। ਤੇ ਹੁਣ ਜਦੋਂ ਕਿਸਾਨ ਅੰਦੋਲਨ ਕਰ ਰਹੇ ਨੇ, ਜਦੋਂ ਗੱਲਬਾਤ 4-5 ਵਾਰੀ ਹੋ ਗਈ ਆ ਤੇ ਹੁਣ ਇਹੀ ਕੇਂਦਰ ਸਰਕਾਰ ਇਹ ਮੰਨ ਗਈ ਹੈ ਕਿ ਠੀਕ ਹੈ ਅਸੀਂ ਕਾਨੂੰਨ ਦੇ ਵਿੱਚ ਸੋਧਾਂ ਕਰ ਦਿੰਦੇ ਹਾਂ, ਉਹ ਵੀ ਵੱਡੀਆਂ ਸੋਧਾਂ ਕਰਨ ਦੇ ਲਈ ਕੇਂਦਰ ਸਰਕਾਰ ਰਾਜੀ ਹੋ ਰਹੀ ਹੈ। ਤੇ ਫਿਰ ਸਵਾਲ ਇਹੀ ਉੱਠਦਾ ਹੈ ਕਿ ਜੇਕਰ ਸਰਕਾਰ ਹੁਣ ਮੰਨ ਰਹੀ ਹੈ ਕਿ ਠੀਕ ਹੈ ਸੋਧਾਂ ਅਸੀਂ ਕਰ ਦਿੰਦੇ ਹਾਂ, ਤਾਂ ਇਹਦਾ ਮਤਲਬ ਇਹ ਹੈ ਕਿ ਕਾਨੂੰਨਾਂ ਦੇ ਵਿੱਚ ਕੋਈ ਨਾ ਕੋਈ ਗੜਬੜੀ ਸੀ, ਕੋਈ ਨਾ ਕੋਈ ਲੂਪ ਹੋਲ ਸੀ, ਤੇ ਜਿਨ੍ਹਾਂ ਨੂੰ ਹੁਣ ਸਰਕਾਰ ਮੰਨ ਰਹੀ ਹੈ ਕਿ ਅਸੀਂ ਦਰੁਸਤ ਕਰ ਦਿੰਦੇ ਹਾਂ। ਤੇ ਜੇ ਸਰਕਾਰ ਪਹਿਲੇ ਵਾਲੇ ਸਟੈਂਡ ਤੇ ਰਹਿੰਦੀ ਆ ਕਿ ਸਾਰੇ ਕਾਨੂੰਨ ਸਾਡੇ ਸਹੀ ਨੇ, ਤੇ ਫਿਰ ਹੁਣ ਸਰਕਾਰ ਸੋਧਾਂ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਮੰਨ ਰਹੀ ਹੈ। ਪਰ ਇਹ ਗੱਲ ਵੱਖਰੀ ਹੈ ਕਿ ਕਿਸਾਨਾਂ ਨੇ ਤਾਂ ਬਿਲਕੁਲ ਸਾਫ਼ ਸਰਕਾਰ ਨੂੰ ਆਖ ਦਿੱਤਾ ਕਿ ਸਾਨੂੰ ਹੁਣ ਹੋਰ ਕੋਈ ਮੀਟਿੰਗਾਂ ਦਾ ਦੌਰ ਨਹੀਂ ਚਾਹੀਦਾ। ਅਗਲੀ ਜਿਹੜੀ 9 ਦਸੰਬਰ ਦੀ ਮੀਟਿੰਗ ਹੈ ਸਾਨੂੰ ਸਰਕਾਰ ਆਪਣਾ ਫੈਸਲਾ ਦੱਸੇ। ਸਰਕਾਰ ਜਵਾਬ ਹਾਂ ਦੇ ਵਿੱਚ ਦੇਣਾ ਚਾਹ ਰਹੀ ਹੈ ਜਾਂ ਫਿਰ ਨਾ ਦੇ ਵਿੱਚ ਦੇਣਾ ਚਾਹ ਰਹੀ ਹੈ। ਸੋ ਸਾਡੇ ਨਾਲ ਕੁਝ ਕਾਲਰ ਫੋਨ ਲਾਈਨ ਤੇ ਜੁੜੇ ਜੀ, ਉਹਨਾਂ ਦੀ ਫੋਨ ਕਾਲ ਲੈਂਦੇ ਹਾਂ ਜੀ। ਸਵਾਗਤ ਹੈ ਸਰ। ਬਰਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਲਦੇਵ ਸਿੰਘ ਜੀ। ਹਾਂਜੀ ਬਰਿੰਦਰ ਜੀ, ਇਸ ਤਰ੍ਹਾਂ ਆ ਵੀ ਕੋਈ ਬੰਦਾ ਸੀ ਤੇ ਉਹਦੀਆਂ 2 ਕੁੜੀਆਂ ਸੀ ਜੀ। ਇੱਕ ਕੁੜੀ ਵਿਆਹੀ ਗਈ ਆਪਣੇ ਕਿਸਾਨ ਨੂੰ ਤੇ ਇੱਕ ਵਿਆਹੀ ਗਈ ਘੁਮਿਆਰ ਨੂੰ। ਉਹਦੀ ਘਰ ਵਾਲੀ ਕਹਿੰਦੀ ਵੀ ਜਾ ਕੇ ਦੋਵਾਂ ਦਾ ਪਤਾ ਲੈ ਕੇ ਆ ਵੀ ਦੋਵੇਂ ਠੀਕ ਠਾਕ ਨੇ। ਉਹ ਪਹਿਲਾਂ ਗਿਆ ਕਿਸਾਨ ਵਾਲੀ ਕੁੜੀ ਉਹਦੇ ਕੋਲ ਗਿਆ ਤੇ ਉਹਨੂੰ ਕਹਿੰਦਾ ਵੀ ਪੁੱਤ ਦੱਸ ਠੀਕ ਠਾਕ ਆ? ਉਹ ਕਹਿੰਦੀ ਵੀ ਪੁੱਤ ਆਪਣੇ ਬਾਪੂ ਠੀਕ ਠਾਕ ਆ, ਪਰ ਮੁਸ਼ਕਿਲ ਇਹ ਆ ਵੀ ਸਾਡੀ ਫਸਲ ਬੜੀ ਹੋਈ ਆ, ਪਰ ਸਾਨੂੰ ਹੁਣ ਚਾਹੀਦਾ ਕਿ ਮੀਂਹ ਪਵੇ। ਜੇ ਮੀਂਹ ਨਾ ਪਿਆ ਫਸਲ ਖਰਾਬ ਹੋ ਜਾਏਗੀ, ਅਸੀਂ ਭੁੱਖੇ ਮਰ ਜਾਣਾ। ਠੀਕ ਹੈ, ਬਿਲਕੁਲ। ਮੁੜ ਕੇ ਗਿਆ ਘੁਮਿਆਰ ਵਾਲੇ ਕੋਲ, ਉਹ ਕਹਿੰਦੀ ਆ ਵੀ ਅਸੀਂ ਨਾ ਮਤਲਬ ਭਾਂਡੇ ਬਣਾਏ, ਭਾਂਡੇ ਕੱਚੇ ਨੇ ਤੇ ਭਾਂਡੇ ਹੁਣ ਭਾਂਡੇ ਪੱਕੇ ਨਹੀਂ ਗਏ, ਜੇ ਮੀਂਹ ਪੈ ਗਿਆ ਨਾ ਤੇ ਸਾਰਾ ਨੁਕਸਾਨ, ਭਾਂਡੇ ਸਾਰੇ ਖਰਾਬ ਹੋ ਜਾਣੇ ਤੇ ਮੈਂ ਮਰੀ ਜਾਣਾ। ਠੀਕ ਨੀ ਜੀ। ਤੇ ਉਹ ਚਲਾ ਘਰ ਆ ਗਿਆ ਵਾਪਸ, ਤੇ ਘਰ ਆਣ ਕੇ ਕਹਿੰਦਾ ਵੀ ਉਹਦੀ ਘਰ ਬਸ ਕੀ ਗੱਲ ਆ? ਕਹਿੰਦੀ ਵੀ ਉਹ ਕਹਿੰਦਾ ਵੀ ਇੱਕ ਕੁੜੀ ਮਰ ਗਈ ਆ। ਉਹ ਕਹਿੰਦਾ ਵੀ ਉਹ ਜਿਹੜੀ ਕਹਿੰਦੀ ਵੀ ਕਿਸ ਤਰ੍ਹਾਂ ਮਰ ਗਈ? ਕਹਿੰਦੀ ਵੀ ਹੁਣ ਇੱਕ ਕਹਿੰਦੀ ਮੀਂਹ ਪੈ ਤੇ ਇੱਕ ਕਹਿੰਦੀ ਮੀਂਹ ਨਾ ਪਵੇ। ਜੇ ਮੀਂਹ ਪੈ ਗਿਆ ਉਹ ਕਹਿੰਦੀ ਅਰਦਾਸ ਕਰੋ, ਜੇ ਅਸੀਂ ਅਰਦਾਸ ਕੀਤੀ ਮੀਂਹ ਪੈ ਗਿਆ ਤੇ ਮਤਲਬ ਜਿਹੜੀ ਘੁਮਿਆਰ ਵਾਲੀ ਉਹ ਮਰ ਜਾਣੀ ਆ, ਤੇ ਜੇ ਅਸੀਂ ਅਰਦਾਸ ਨਾ ਕੀਤੀ ਤੇ ਮੀਂਹ ਨਾ ਪਿਆ ਤੇ ਫਿਰ ਉਹ ਜੱਟ ਵਾਲੀ ਮਰ ਜਾਣੀ ਆ। ਉਹੀ ਸਰਕਾਰ ਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂਜੀ, ਉਹ ਹਾਲ ਹੋ ਗਿਆ ਹੁਣ ਸਰਕਾਰ ਦਾ ਵੀ ਇੱਕ ਬੰਨੇ ਕਿਸਾਨ ਆ ਤੇ ਇੱਕ ਬੰਨੇ ਹੈਗੇ ਨੇ ਕਾਰਪੋਰੇਟ।
ਗੁੱਸੇ ਹੋਣਾ ਆ, ਬਿਲਕੁਲ ਕਿਸਾਨ ਗੁੱਸੇ ਹੋ ਜਾਣ ਤੇ ਚਾਹੇ ਮਤਲਬ ਜਿਹੜਾ ਕਾਰਪੋਰੇਟ ਹੁਣ ਇਹਨਾਂ ਦੀ ਮਤਲਬ ਸਿਆਣਪ ਇਹ ਆ, ਮਤਲਬ ਮੋਦੀ ਦੀ ਜਾਂ ਉਹਨਾਂ ਦੀ ਪਾਰਟੀ ਦੀ ਇਹ ਸਰਕਾਰ ਦੀ ਵੀ ਉਹਨਾਂ ਨੇ ਵੇਖਣਾ ਵੀ ਅਸੀਂ ਕਿਹਨੂੰ ਬਚਾਉਣਾ ਆ, ਠੀਕ ਨਹੀਂ? ਕਿਉਂਕਿ ਇੱਕ ਬੰਨੇ ਸਿਰ ਆ, ਹੁਣ ਇੱਕ ਬੰਨੇ ਜਿਹੜਾ ਕਿਸਾਨ ਨੇ ਉਹ ਮਤਲਬ ਸਾਡੇ ਸਰੀਰ ਦਾ ਸਿਰ ਆ, ਤੇ ਜਿਹੜੇ ਕਾਰਪੋਰੇਟ ਨੇ ਉਹ ਇੱਕ ਬਾਂਹ ਆ ਜਾਂ ਇੱਕ ਲੱਤ ਕਹਿ ਲਓ। ਹੁਣ ਉਹਨਾਂ ਇਹ ਵੇਖਣਾ ਵੀ ਅਸੀਂ ਹੁਣ ਸਿਰ ਵੱਢਣਾ ਆ ਜੀ ਕਿ ਜਾਂ ਅਸੀਂ ਬਾਂਹ ਵੱਢਣੀ ਆ, ਠੀਕ ਨਹੀਂ? ਇਹ ਹੁਣ ਇਹਨਾਂ ਦੀ ਪੋਜੀਸ਼ਨ ਬਣ ਗਈ ਆ, ਕਿਉਂਕਿ ਸਿਰ ਜਿਹੜਾ ਸਿਰ ਤੋਂ ਬਗੈਰ ਬੰਦਾ ਨਹੀਂ ਜੀ ਸਕਦਾ, ਅਜੇ ਇੱਕ ਹੱਥ ਤੋਂ ਬਗੈਰ ਬੰਦਾ ਜਿਹੜਾ ਜੀ ਸਕਦਾ ਆ। ਹੁਣ ਇਹ ਭਾਜਪਾ ਨੇ ਫੈਸਲਾ ਇਹ ਕਰਨਾ ਕਿ ਅਸੀਂ ਸਿਰ ਵੱਢਣਾ ਆ ਕਿ ਜਾਂ ਇੱਕ ਬਾਂਹ ਵੱਢਣੀ ਆ, ਕਿਉਂਕਿ ਇਹ ਹੁਣ ਫੈਸਲਾ ਉਹਨਾਂ ਨੂੰ ਕਰਨਾ ਪੈਣਾ ਆ। ਕਿਉਂਕਿ ਜਦੋਂ ਅਸੀਂ ਕਿਸੇ ਸਰੀਰ ਦਾ ਜਿਹੜਾ ਇੱਕ ਅੰਗ ਹੁੰਦਾ ਨਾ, ਜੇਕਰ ਉਹਨੂੰ ਬਿਮਾਰੀ ਲੱਗ ਜਾਏ ਨਾ ਤੇ ਉਹ ਡਾਕਟਰ ਕਹਿੰਦੇ ਵੀ ਇਹ ਵੱਢਣਾ ਪੈਣਾ ਆ, ਜੇ ਤੁਸੀਂ ਨਾ ਵੱਢਿਆ ਤੇ ਇਹ ਜ਼ਿਆਦਾ ਖਰਾਬ ਹੋ ਜਾਣਾ। ਬਿਲਕੁਲ ਬਿਲਕੁਲ, ਹਾਂ, ਨਾ ਚਾਹ ਕੇ ਵੀ ਕਈ ਵਾਰ ਬੜੇ ਔਖੇ ਫੈਸਲੇ ਲੈਣੇ ਪੈਂਦੇ ਆ। ਬਿਲਕੁਲ ਜੀ, ਬਿਲਕੁਲ ਜੀ ਜੀ। ਜਿਹੜਾ ਹੁਣ ਪੋਜੀਸ਼ਨ ਬਣੀ ਆ, ਇਹ ਫੈਸਲਾ ਲੈਣਾ ਪੈਣਾ ਜਲਦੀ। ਜੇ ਇਹ ਫੈਸਲਾ ਜਲਦੀ ਨਾ ਲਿਆ ਤੇ ਇਹ ਜਿਹੜਾ ਸਾਰਾ ਬੜਾ ਬੰਦੇ ਦਾ ਢਾਲ ਜਿਹੜਾ ਸਾਰਾ ਖਰਾਬ ਹੋਣਾ ਆ। ਜਦੋਂ ਕੈਂਸਰ ਹੋ ਜਾਂਦਾ ਸਾਰਾ ਢਾਲ ਹੀ ਖਰਾਬ ਹੁੰਦਾ ਆ। ਤੇ ਇਹ ਹੁਣ ਦੇਸ਼ ਨੂੰ ਖਰਾਬ ਨਾ ਕਰਨ ਤੇ ਇਹ ਹੁਣ ਫੈਸਲਾ ਛੇਤੀ ਫੈਸਲਾ ਲੈਣ ਤੇ ਜੇ ਇੱਕ ਬੰਨੇ ਕਰਕੇ ਤੇ ਮਤਲਬ ਜਿਹੜੇ ਕਿਸਾਨਾਂ ਦਾ ਅੰਦੋਲਨ ਹੈ ਇਹਨਾਂ ਨੂੰ ਮਤਲਬ ਇਹਨੂੰ ਖਤਮ ਕਰਨ। ਆ ਨਾ ਹੋ ਕੇ ਜ਼ਿਆਦਾ ਹਾਲਾਤ ਖਰਾਬ ਹੋ ਜਾਣ ਤੇ ਸਾਰਾ ਦੇਸ਼ ਹੀ ਜਿਹੜਾ ਮਤਲਬ ਸੰਕਟ ਵਿੱਚ ਫਸ ਜਾਵੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਇੱਕ ਹੋਰ ਕਾਲਰ ਫੋਨ ਲਾਈਨ ਤੇ ਨੇ ਜੀ, ਸਵਾਗਤ ਹੈ ਸਰ। ਹੈਲੋ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਨਾਂ ਦੱਸ ਦਿਓ ਜੀ, ਕਿੱਥੋਂ ਬੋਲ ਰਹੇ ਹੋ? ਅਵਤਾਰ ਸਿੰਘ ਬੋਲਦਾ, ਸ਼ੇਰਗਿੱਲ। ਜੀ ਜੀ ਅਵਤਾਰ ਜੀ, ਠੀਕ ਠਾਕ ਹੋ ਜੀ? ਹਾਂ ਵਧੀਆ ਵਧੀਆ, ਤੁਸੀਂ ਸੁਣਾਓਗੇ ਤਾਂ? ਜੀ ਜੀ, ਕੀ ਕਹਿਣਾ ਚਾਹੁੰਦੇ ਹੋ ਫਿਰ? ਮੈਂ ਤਾਂ ਇਹੀ ਕਹਿਣਾ ਵੀ ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਇੱਕ ਜੰਗ ਅਸੀਂ ਜਿੱਤ ਲਈ ਆ, ਜਿਹੜਾ ਸਾਡੇ ਤੇ ਠੱਪਾ ਲੱਗਾ ਸੀ ਫਿਰ ਇਹ ਲੜਾ ਕੇ ਜੀ, ਇਹ ਅਨਪੜ੍ਹ, ਇਹ ਪੈਰ ਤੇ ਲੜਦੇ ਆ, ਇਹ ਬੈਲੀ ਆ, ਇਹ ਸ਼ਰਾਬੀ ਆ, ਇਹ ਨਸ਼ਈ ਆ, ਸਾਨੂੰ ਹਰਿਆਣੇ ਨਾਲ ਲੜਾ ਰੱਖਿਆ। ਅੱਛਾ, ਹੁਣ ਸਾਡਾ ਜਿਹੜਾ ਅਕਸ ਵਰਲਡ ਦੇ ਵਿੱਚ ਜਿਹੜਾ ਬਣਿਆ ਨਾ, ਉਹ ਸਾਰਿਆਂ ਨੂੰ ਉੱਪਰ ਇਸ ਵੇਲੇ। ਐਜੀਟੇਸ਼ਨ ਨੂੰ 3 ਮਹੀਨੇ ਹੋ ਚੱਲੇ ਆ, ਇੱਕ ਵੀ ਕਿਸੇ ਨੇ ਰੋੜਾ ਨਹੀਂ ਮਾਰਿਆ ਕਿਸੇ ਦੇ। ਅਮਰੀਕਾ ਦੇ ਵਿੱਚ ਹੋਇਆ, ਪਰ ਕੁਝ ਜਿਹੜੇ ਸ਼ਰਾਰਤੀ ਬੰਦੇ ਨੇ, ਸ਼ਰਾਰਤੀ ਅਨਸਰ ਫੜੇ ਜਾ ਰਹੇ ਨੇ, ਤੇ ਫਿਰ ਉਹ ਨਹੀਂ ਲੱਗਦਾ ਕਿ ਏਜੰਸੀਆਂ ਕੋਸ਼ਿਸ਼ ਤਾਂ ਕਰ ਰਹੀਆਂ ਨੇ ਤਾਰਪੀਡੋ ਕਰਨ ਦੀ ਕਿ ਕਿਸਾਨਾਂ ਦਾ ਵੱਡਾ ਅੰਦੋਲਨ ਹੈ ਜੀ, ਇਹਨੂੰ ਤੋੜੋ ਕਿਸੇ ਤਰੀਕੇ ਦੇ ਨਾਲ, ਬਦਨਾਮ ਕਰੋ? ਇਹ ਤਾਂ ਅਸੀਂ ਦੇਖਿਆ ਸੀ, ਚਲੋ ਇੱਥੇ ਲਹਿਰਾਂ 'ਚ ਰਹੇ ਆ, ਸਾਨੂੰ ਪਤਾ। ਜੀ ਜੀ, ਆ ਕੇ ਸ਼ਾਂਤਮਈ ਚੱਲਦਿਆਂ ਤੇ ਵੀ ਨਾਰਾ ਲਾ ਦੇਣਾ। ਤੇ ਸਾਡੇ ਜਿਹੜੇ ਮੁੰਡੇ ਹੁੰਦੇ ਸੀ ਉਹ ਤੁਹਾਨੂੰ ਜਾਨੀ ਕਿ ਤੁਹਾਨੂੰ ਲੱਗਦਾ ਕਿ ਹੁਣ ਜਿਹੜੀ 9 ਵਾਲੀ ਦਸੰਬਰ ਵਾਲੀ ਮੀਟਿੰਗ ਆ ਤੇ ਉਹਦੇ 'ਚ ਸਰਕਾਰ ਆਪਣਾ ਫੈਸਲਾ ਕੋਈ ਸੁਣਾ ਸਕਦੀ ਹੈ? ਉਮੀਦ ਲੱਗਦੀ ਹੈ ਤੁਹਾਨੂੰ? ਸਰਕਾਰ ਏਦਾਂ ਹੋਈ ਹੋਆ ਨਾ, ਸੱਪ ਦੇ ਮੂੰਹ 'ਚ ਕੋੜ ਕੈਲੀ ਵਾਲੀ ਗੱਲ ਆ। ਖਾਂਦਾ ਤਾਂ ਜਿੱਦਾਂ ਕਹਿੰਦੇ ਹੁੰਦੇ ਆ, ਇੱਕੋ ਕੋੜੀ ਜੇ ਛੱਡਦਾ ਤਾਂ ਕਲੰਕੀ। ਜੀ ਜੀ, ਉਹ ਮੋਦੀ ਦੀ ਇੱਕ ਬਣੀ ਹੋਈ ਛਵੀ पे मोदी है तो मुमकिन है। ਜੀ ਜੀ, ਮੁਮਕਿਨ ਹੈ। ਉਹ ਇਮੇਜ ਖਰਾਬ ਹੋ ਰਹੀ ਹੈ ਜਾਨੀ ਕਿ। ਜੀ ਬਿਲਕੁਲ, ਕਿਸੇ ਬੰਦੇ ਨਾਲ ਬਾਹ ਨਹੀਂ ਪਿਆ, ਹੁਣ ਬਾਹ ਸਹਿ ਸਿਰ ਪਿਆ ਜੀ। ਕਿਉਂਕਿ ਅਸੀਂ ਦੇਖਿਆ ਜਦੋਂ ਹੁਣ ਐਜੀਟੇਸ਼ਨ ਨੂੰ ਵੀ ਉਧਰ ਮੱਧ ਪ੍ਰਦੇਸ਼ ਚੋਂ ਆਉਂਦੇ ਸੀ ਲੋਕ, 150 ਕਿਸਾਨ ਸੀ, ਮੋਰੇ 10 ਸਿਪਾਹੀ ਪੁਲਿਸ ਦੇ ਖੜੇ ਸੀਗੇ, ਔਰ ਉਹਨਾਂ ਨੂੰ ਰੋਕਦੇ, ਡੰਡੇ ਮਾਰਦੇ, ਉਹਨਾਂ ਦੇ ਉਹ ਪੈਰੀਆਂ ਥਲਾਉਣ ਲੱਗੇ ਸੀ। ਡਰਾਇਓ ਹੀ ਇੰਨੇ ਲੋਕ। ਸਾਡਾ ਪੰਜਾਬੀ ਹੁੰਦਾ 150 ਬੰਦਾ ਨਹੀਂ ਚੱਕ ਕੇ ਪੁਲਿਸ ਵਾਲੇ ਛੱਪੜ ਜਮਾਰ ਨਹੀਂ ਉੱਥੇ। ਜੀ ਜੀ, ਠੀਕ ਹੈ ਜੀ ਜੀ, ਫਰਕ ਆ ਕਿਉਂਕਿ ਸਾਨੂੰ ਅੱਧੀ ਜਾਂਦਾ ਜਿੱਤ ਲਈ ਆ। ਬਿਲਕੁਲ, ਅਗਲੇ ਵੀ ਜਿੱਤ ਜਾਗੇ। ਬਿਲਕੁਲ ਜੀ, ਅਗਲੀ ਵੀ ਜਿੱਤ ਜਾਗੇ। ਸਾਡੀ ਨੌਜਵਾਨੀ ਜਿਹੜੀ ਸਿੱਧੇ ਰਾਹ ਪਈ ਹੈ, ਸਾਨੂੰ ਬਹੁਤ ਵਧੀਆ, ਅਸੀਂ ਇਕੱਠੇ ਹੋਏ ਆ। ਸਾਡੀ ਇੱਕ ਮੁੱਠ, ਅਸੀਂ ਲਾਠੀ ਜਿਹੜੀ ਸੀ ਕੱਲੀ ਹੈ ਨਾ ਖਿਲਰੀ, ਉਹ ਇੱਕ ਮੁੱਠਾ ਬਣ ਗਿਆ। ਹੁਣ ਅਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਵੀ ਜੇ ਕਰੋ, ਟੁੱਟਣਾ ਨਹੀਂ ਹੈਗਾ ਜੀ। ਬਿਲਕੁਲ ਜੀ। ਬਾਕੀ ਤਾਂ ਚਲੋ ਜਿੰਨਾ ਕੁ ਵੀ ਹੈਗਾ, ਥੋੜਾ ਜਿਹਾ ਕਿਸਾਨਾਂ ਨੂੰ ਵੀ ਥੋੜਾ ਥੱਲੇ ਹੋਣਾ ਚਾਹੀਦਾ ਆ ਤੇ ਥੋੜਾ ਜਿਹਾ ਉੱਪਰ ਹੋ ਜਾਣ ਤੇ ਕੰਮ ਤਾਂ ਏਦਾਂ ਨਿਬੜਦੇ ਹੁੰਦੇ ਆ। ਕਈ ਗੱਲਾਂ ਕਹਿੰਦੇ ਆ ਕਿ ਜੋ ਡੰਡੇ ਲੈ ਲਓ, ਲੜੋ। ਜੀ ਬਿਲਕੁਲ, ਪਰ ਇਹ ਗੱਲ ਹੈ ਕਿ ਸਰਕਾਰ ਨੂੰ ਦੇਖੋ ਫੈਸਲਾ ਤਾਂ ਲੈਣਾ ਹੀ ਪੈਣਾ, ਕਿਉਂਕਿ ਸਰਕਾਰ ਜੇਕਰ ਫੈਸਲਾ ਨਹੀਂ ਲਏਗੀ ਤੇ ਇੰਨਾ ਕੁ ਕਿੰਨਾ ਕੁ
ਜਿਹੜੀ ਅੱਗੇ ਸਰਕਾਰ ਲਮਕਾ ਲੇਗੀ, ਕਿਉਂਕਿ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਬਹੁਤ ਚੀਜ਼ਾਂ ਲਮਕਾਉਂਦੀ ਆ ਰਹੀ ਹੈ, ਫੈਸਲੇ ਲਮਕਾਉਂਦੀ ਆ ਰਹੀ ਹੈ। ਜੋ ਸਰਕਾਰ ਕਹਿਣਾ ਚਾਹ ਰਹੀ ਹੈ ਤੇ ਉਹ ਬੜੇ ਘੁਮਾ ਕੇ ਜਾਂ ਬਹੁਤ ਦੇਰ ਲਾ ਕੇ ਸਰਕਾਰ ਕਹਿੰਦੀ ਆ। ਹੁਣ ਇਹ ਮੀਟਿੰਗ ਦੇ ਵਿੱਚ ਵੀ ਦੇਖ ਲਓ, ਤੇ ਮੀਟਿੰਗਾਂ ਦੇਖੋ ਗੱਲ ਉਹੀ ਹੁੰਦੀ ਆ, ਹਰ ਵਾਰ ਉਹੀ ਹੁੰਦੀ ਆ, ਪਰ ਮੀਟਿੰਗਾਂ ਅਸੀਂ ਦੇਖਦੇ ਹਾਂ ਕਿ 5-5 6-6 7-7 ਘੰਟੇ ਤੱਕ ਚੱਲੀਆਂ ਜਾਂਦੀਆਂ ਨੇ। ਤੇ ਉਹਦੇ ਵਿੱਚ ਫਿਰ ਸਰਕਾਰ ਜਾਂ ਜਿਹੜੇ ਕੇਂਦਰੀ ਮੰਤਰੀ ਨੇ ਉਹ ਫਿਰ ਕਿਸ ਤਰ੍ਹਾਂ ਦੇ ਨਾਲ ਕਰਦੇ ਆ, ਉਹ ਦੇਖਦੇ ਆ ਕਿ ਜਦੋਂ ਕਿਸਾਨ ਆਏ ਨੇ ਜੀ, ਜਦੋਂ ਮੀਟਿੰਗ ਸ਼ੁਰੂ ਹੋ ਰਹੀ ਆ ਉਦੋਂ ਹਰ ਕੋਈ ਥੋੜ੍ਹਾ ਉਤਸੁਕ ਹੁੰਦਾ ਹੈ, ਜਾਂ ਸਾਰਾ ਜੇ ਕਹਿ ਲਈਏ ਕਿ ਫਰੈਸ਼ ਹੁੰਦਾ ਹੈ, ਵਧੀਆ ਮਾਈਂਡ ਦੇ ਨਾਲ ਹੁੰਦਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਤੇ ਉਵੇਂ ਉਵੇਂ ਥੋੜ੍ਹਾ ਜਿਹੜੀ ਆ ਫਰਕ ਪੈਂਦਾ ਜਾਂਦਾ। ਸੋ ਇਸ ਕਰਕੇ ਸਰਕਾਰ ਜਾਂ ਕੇਂਦਰੀ ਮੰਤਰੀਆਂ ਨੂੰ ਇਹ ਲੱਗਦਾ ਸੀ ਕਿ ਜਦੋਂ 3-4 ਘੰਟੇ ਬਾਅਦ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਅਸਲ ਮੁੱਦੇ ਦੀ ਗੱਲ, ਅਸੀਂ 3-4 ਘੰਟੇ ਬਾਅਦ ਸ਼ੁਰੂ ਕਰਾਂਗੇ ਤੇ ਹੋ ਸਕਦਾ ਸ਼ਾਇਦ ਕਿ ਉਦੋਂ ਕਿਸਾਨ ਸਾਡੀਆਂ ਗੱਲਾਂ ਦੇ ਵਿੱਚ ਆ ਜਾਣ। ਪਰ ਇਸ ਤਰ੍ਹਾਂ ਦੇ ਨਾਲ ਬਿਲਕੁਲ ਵੀ ਇਹ ਮਨਸ਼ਾ ਜਿਹੜਾ ਕੇਂਦਰ ਸਰਕਾਰ ਦਾ ਉਹ ਪੂਰਾ ਨਹੀਂ ਹੋਣ ਦਿੱਤਾ ਗਿਆ। ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਬੜੇ ਸੂਝਵਾਨ ਆਗੂ ਨੇ, ਸਾਰੀਆਂ ਉਮਰਾਂ ਜਿਹੜੀਆਂ ਕਿਸਾਨ ਆਗੂਆਂ ਨੇ ਉਹਨਾਂ ਨੇ ਅਜਿਹੇ ਹੀ ਘੋਲਾਂ ਦੇ ਵਿੱਚ ਕੱਢੀਆਂ ਨੇ, ਸੰਘਰਸ਼ਾਂ ਦੇ ਵਿੱਚ ਕੱਢੀਆਂ ਨੇ। ਸੋ ਤਾਰੀਫ ਦੇ ਕਾਬਲ ਇਸ ਵੇਲੇ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਜਿਨ੍ਹਾਂ ਦਾ ਸਾਰੀ ਉਮਰ ਦਾ ਤਜਰਬਾ ਹੁਣ ਇੱਥੇ ਬਹੁਤ ਕੰਮ ਆ ਰਿਹਾ, ਖਾਸ ਕਰਕੇ ਕਿਸਾਨਾਂ ਦੇ ਲਈ, ਪੰਜਾਬੀਆਂ ਦੇ ਲਈ, ਦੇਸ਼ ਦੇ ਕਿਸਾਨਾਂ ਦੇ ਲਈ ਸਾਡੇ ਇਹਨਾਂ ਆਗੂਆਂ ਦਾ ਤਜਰਬਾ ਬੜਾ ਕੰਮ ਆ ਰਿਹਾ। ਸੋ ਇਸੇ ਤਰੀਕੇ ਦੇ ਨਾਲ ਹੁਣ ਕਿਸਾਨ ਜਥੇਬੰਦੀਆਂ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ 7 ਦਸੰਬਰ ਦੀ ਮੀਟਿੰਗ ਨਹੀਂ ਲਈ। 7 ਦਸੰਬਰ ਦੀ ਮੀਟਿੰਗ ਕੇਂਦਰ ਸਰਕਾਰ ਦੇ ਰਹੀ ਸੀ ਤੇ ਇੱਕ ਦਿਨ ਹੀ ਵਿੱਚ ਸੀ, ਤੇ ਇਸੇ ਕਰਕੇ ਉਹਨਾਂ ਨੇ 3-4 ਦਿਨ ਸਰਕਾਰ ਨੂੰ ਹੋਰ ਦਿੱਤੇ ਕਿ ਸਰਕਾਰ ਨੂੰ ਵੀ ਪੂਰਾ ਸਮਾਂ ਮਿਲ ਜੇ, ਜਿਹੜੀਆਂ ਸਲਾਹਾਂ ਪ੍ਰਧਾਨ ਮੰਤਰੀ ਦੇ ਨਾਲ ਕਰਨੀਆਂ, ਜਿਹੜੀਆਂ ਸਲਾਹਾਂ ਗ੍ਰਹਿ ਮੰਤਰੀ ਦੇ ਨਾਲ ਕਰਨੀਆਂ, ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ, ਫੂਡ ਮੰਤਰੀ ਵੱਲੋਂ ਉਹ ਕਰ ਲਈਆਂ ਜਾਣ। ਸੋ ਪਰ ਹੁਣ ਦੇਖਣਾ ਤਾਂ ਇਹੀ ਹੈ ਜੀ ਕਿ ਹੁਣ 8 ਦਾ ਪਹਿਲਾਂ ਦਸੰਬਰ ਦਾ ਭਾਰਤ ਬੰਦ ਦਾ ਜਿਹੜਾ ਸੱਦਾ ਕਿਸਾਨਾਂ ਦਾ, ਇਹ ਹੁਣ ਕਿੰਨਾ ਕੁ ਵਿਸ਼ਾਲ ਰੂਪ ਧਾਰਨ ਕਰੇਗਾ। ਦੇਖੋ ਇਹ ਬੜਾ ਇੰਪੋਰਟੈਂਟ ਅੰਦੋਲਨ ਇਸ ਵੇਲੇ ਜਿਹੜਾ ਚੱਲ ਰਿਹਾ, ਤੇ 8 ਦਸੰਬਰ ਦਾ ਦਿਨ ਵੀ ਬੜਾ ਇੰਪੋਰਟੈਂਟ ਹੋਏਗਾ ਦੇਸ਼ ਦੇ ਕਿਸਾਨਾਂ ਦੇ ਲਈ, ਕਿਉਂਕਿ ਹੁਣ ਤੱਕ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਕਹਿੰਦੀ ਆ ਰਹੀ ਹੈ ਕਿ ਇਸ ਅੰਦੋਲਨ ਦੇ ਵਿੱਚ ਤਾਂ ਜੀ ਸਿਰਫ ਪੰਜਾਬ ਦੇ ਤੇ ਹਰਿਆਣਾ ਦੇ ਕਿਸਾਨ ਹੀ ਸ਼ਾਮਲ ਨੇ ਜੀ, ਹੋਰ ਕਿਸਾਨ ਨਹੀਂ। ਯੂਪੀ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਨੇ ਵੀ ਅੱਜ ਐਲਾਨ ਕਰਤਾ ਕਿ ਅਸੀਂ ਪੰਜਾਬ ਤੇ ਹਰਿਆਣਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਗਏ ਆ, ਤੇ ਇਸੇ ਤਰੀਕੇ ਦੇ ਨਾਲ ਹੋਰ ਸਟੇਟਾਂ ਦੇ ਕਿਸਾਨ ਵੀ ਅੱਗੇ ਆ ਰਹੇ ਨੇ, ਜਥੇਬੰਦੀਆਂ ਅੱਗੇ ਆ ਰਹੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ 8 ਦਸੰਬਰ ਨੂੰ ਦੇਖੋ ਸਾਰਿਆਂ ਨੂੰ ਪਤਾ ਲੱਗ ਜਾਣਾ, ਸਾਨੂੰ ਵੀ ਪਤਾ ਲੱਗ ਜਾਣਾ ਤੇ ਸਰਕਾਰਾਂ ਨੂੰ ਵੀ ਪਤਾ ਲੱਗ ਜਾਣਾ ਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਦੇਸ਼ ਦੇ ਕਿੰਨੇ ਕੁ ਕਿਸਾਨ ਸ਼ਾਮਿਲ ਨੇ। ਕਿਉਂਕਿ ਜਿੱਥੇ ਵੀ ਭਾਰਤ ਬੰਦ ਦੇ ਦੌਰਾਨ ਜਿਹੜੀ ਸਟੇਟ ਦੇ ਵਿੱਚ ਵੀ ਜਿੰਨਾ ਇਸ ਸੱਦੇ ਨੂੰ ਹੁੰਗਾਰਾ ਮਿਲੇਗਾ, ਉਹਨਾਂ ਅਸੀਂ ਸਮਝਾਂਗੇ ਕਿ ਇਸ ਸਟੇਟ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਜਾਗ ਚੁੱਕੇ ਨੇ, ਤੇ ਜਿਹੜਾ ਇਹ ਅੰਦੋਲਨ ਹੈ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਲੜ ਰਹੇ ਨੇ ਕੇਂਦਰ ਸਰਕਾਰ ਦੇ ਨਾਲ, ਤੇ ਉਹਦੇ ਵਿੱਚ ਵੀ ਇਹ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਇਸੇ ਕਰਕੇ ਕਹਿ ਰਿਹਾ ਕਿ 8 ਦਸੰਬਰ ਦਾ ਜਿਹੜਾ ਦਿਨ ਹੈ ਭਾਰਤ ਬੰਦ ਦਾ ਸੱਦਾ ਜਥੇਬੰਦੀਆਂ ਵੱਲੋਂ ਦਿੱਤਾ ਗਿਆ, ਇਹ ਬੜਾ ਅਹਿਮ ਹੈ। ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਸਟੇਟਾਂ ਦੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ, ਤੇ ਦੇਸ਼ ਦੀਆਂ ਸਾਰੀਆਂ ਹੀ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ 8 ਦਸੰਬਰ ਨੂੰ ਬਾਕੀ ਦੇ ਇਹਨਾਂ ਅੰਦੋਲਨਕਾਰੀ ਕਿਸਾਨਾਂ ਦਾ ਸਾਥ ਦੇ ਕੇ ਕੇਂਦਰ ਸਰਕਾਰ ਨੂੰ ਇੱਕ ਵਾਰ ਸਪਸ਼ਟ ਕਰ ਦੇਣਗੇ ਕਿ ਇਸ ਵੇਲੇ ਗੱਲ ਪੰਜਾਬ ਤੇ ਸਿਰਫ ਹਰਿਆਣਾ ਦੇ ਕਿਸਾਨ ਦੀ ਨਹੀਂ ਹੋ ਰਹੀ, ਪੂਰੇ ਦੇਸ਼ ਦੇ ਕਿਸਾਨ ਦੀ ਗੱਲ ਹੋ ਰਹੀ ਹੈ। ਜੇਕਰ ਇਹਨਾਂ ਕਾਨੂੰਨਾਂ ਦਾ ਨੁਕਸਾਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਹੋਏਗਾ ਤੇ ਬਾਕੀ ਦੇਸ਼ ਦੇ ਕਿਸਾਨਾਂ ਨੂੰ ਵੀ ਓਨਾ ਹੀ ਨੁਕਸਾਨ ਹੋਵੇਗਾ। ਸੋ ਉਸ ਤੋਂ ਬਾਅਦ 9 ਤਰੀਕ ਨੂੰ ਫਿਰ ਜਿਹੜੀ ਮੁਲਾਕਾਤ ਹੈ ਤੇ ਉਹਦੇ 'ਚ ਫਿਰ ਗੱਲਬਾਤ ਸਾਫ਼ ਹੋ ਜਾਣੀ ਹੈ, ਕਿਉਂਕਿ ਸਾਡੇ ਜਿਹੜੇ ਆਗੂ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਜੀ ਕਿ ਹੁਣ ਹੋਰ ਅਸੀਂ ਡਾਇਲੋਗ ਅਸੀਂ ਨਹੀਂ ਕਰਨਾ ਚਾਹੁੰਦੇ, ਹੋਰ ਗੱਲਾਂ ਬਾਤਾਂ ਜਾਂ ਮੀਟਿੰਗਾਂ ਇਸ ਤਰੀਕੇ ਦੇ ਨਾਲ ਨਹੀਂ ਕਰਨੇ ਚਾਹੁੰਦੀਆਂ। ਸਰਕਾਰ ਸਾਫ਼ ਸਾਨੂੰ ਦੱਸ ਦੇਵੇ ਕਿ ਸਰਕਾਰ ਸਾਡੀ ਮੰਗ ਮੰਨ ਰਹੀ ਹੈ, ਕੀ ਸਰਕਾਰ ਆਪਣੇ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰ ਰਹੀ ਹੈ ਜਾਂ ਫਿਰ ਨਹੀਂ ਕਰ ਰਹੀ, ਜਿਹੜਾ ਕਿ ਇਸ ਮੌਕੇ ਲੱਗ ਰਿਹਾ ਕਿ ਸਰਕਾਰ ਦੇ ਲਈ ਬੜੀ ਔਖੀ ਘੜੀ ਆ। ਕਿਸਾਨ ਇਸ ਵੇਲੇ ਬਿਲਕੁਲ ਠੀਕ ਨੇ, ਉਹਨਾਂ ਦਾ ਜਿਹੜਾ ਅੰਦੋਲਨ ਆ ਬਿਲਕੁਲ ਠੀਕ ਰਸਤੇ ਤੇ ਜਾ ਰਿਹਾ, ਤੇ ਫਸਿਆ ਕੌਣ ਹੋਇਆ ਹੁਣ ਕੜਿੱਕੀ ਦੇ ਵਿੱਚ? ਕੇਂਦਰ ਸਰਕਾਰ। ਉਹ ਕੇਂਦਰ ਸਰਕਾਰ ਜਿਹੜੀ ਹੁਣ ਤੱਕ ਇਹ ਕਹਿ ਰਹੀ ਸੀ ਕਿ ਉਹਨੇ ਜਿੰਨੇ ਵੀ ਫੈਸਲੇ ਲਏ ਨੇ ਸਾਰੇ ਸਹੀ ਨੇ, ਜਾਂ ਜਿੱਦਾਂ ਵੀ ਹੁਣ ਤੱਕ ਕਿਹਾ ਜਾਂਦਾ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਸੋ ਇਸ ਜਿਹੜੀ ਧਾਰਨਾ ਇਹ ਸ਼ਾਇਦ ਦੇਖਿਓ ਹੁਣ
ਜਿਹੜੇ ਕਿਸਾਨ ਆ ਦੇਸ਼ ਦਾ ਉਹ ਬੀਜੇਪੀ ਦੀ ਇਸ ਧਾਰਨਾ ਨੂੰ ਗਲਤ ਕਰਕੇ ਦਿਖਾਏਗਾ, ਕਿਉਂਕਿ ਕੋਈ ਵੀ ਇਨਸਾਨ ਦੁਨੀਆ ਤੇ ਅਜਿਹਾ ਨਹੀਂ ਹੁੰਦਾ ਜਿਹੜਾ 100% ਹਮੇਸ਼ਾ ਸਹੀ ਫੈਸਲੇ ਲਵੇ। ਹਰ ਇੱਕ ਇਨਸਾਨ ਤੋਂ ਚਾਹੇ ਕਿੰਨਾ ਵੀ ਵੱਧ ਸੂਝਵਾਨ ਵਿਅਕਤੀ ਹੈ, ਉਹ ਕਦੇ ਨਾ ਕਦੇ ਗਲਤ ਫੈਸਲੇ ਉਹ ਕਰ ਸਕਦਾ। ਸੋ ਇਸ ਤਰ੍ਹਾਂ ਕਹਿਣਾ ਕਿ ਇੱਕ ਇਨਸਾਨ ਐਸਾ ਜਿਹੜਾ ਕੋਈ ਗਲਤ ਫੈਸਲਾ ਹੀ ਨਹੀਂ ਲੈ ਸਕਦਾ, ਇਹ ਬਿਲਕੁਲ ਗਲਤ ਹੋਏਗੀ। ਇੱਥੇ ਫਿਰ ਸਿਰਫ ਅਸੀਂ ਕਹਿੰਦੇ ਹਾਂ ਕਿ ਇਹ ਜੀ ਅੰਨੀ ਫਿਰ ਭਗਤੀ ਦਿਖਾਈ ਜਾ ਰਹੀ ਹੈ, ਕਿਉਂਕਿ ਜਦੋਂ ਸਾਨੂੰ ਗਲਤ ਤੇ ਸਹੀ ਦਾ ਅਸੀਂ ਫਰਕ ਆਪਣੇ ਆਗੂ ਦੇ ਵਿੱਚ ਨਾ ਪਛਾਣ ਸਕੀਏ ਤੇ ਫਿਰ ਅਸੀਂ ਉੱਥੇ ਅੰਨਾਪਾਨੀ ਮੰਨਦੇ ਹਾਂ ਕਿ ਅੰਨੀ ਭਗਤੀ ਦਿਖਾਈ ਜਾ ਰਹੀ ਹੈ। ਸੋ ਅੱਜ ਜੋ ਕਿ ਸਾਰੇ ਦਿਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਇਆ ਤੁਸੀਂ ਦੇਖਿਆ, ਤੇ ਹੁਣ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ 3-4 ਜਿਹੜੇ ਦਿਨ ਨੇ ਵਿਚਕਾਰ, ਤੇ ਜਿਹੜਾ 8 ਤਰੀਕ ਦਾ ਖਾਸ ਕਰਕੇ 8 ਦਸੰਬਰ ਦਾ ਜਿਹੜਾ ਭਾਰਤ ਬੰਦ ਦਾ ਸੱਦਾ, ਤੇ ਇਹਦੇ ਦੇ ਵਿੱਚ ਕਿਸਾਨਾਂ ਨੂੰ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਤੇ ਜੇਕਰ ਭਾਰਤ ਬੰਦ ਦਾ ਸੱਦਾ ਇਹ ਪੂਰੇ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਹੁੰਦਾ ਤੇ ਸਰਕਾਰ ਦੇ ਉੱਪਰ ਹੋਰ ਵੀ ਪ੍ਰੈਸ਼ਰ ਆ ਜਾਏਗਾ, ਕਿਉਂਕਿ ਹੁਣ ਤੱਕ ਸਰਕਾਰ ਆਪਣੇ ਚੈਨਲਾਂ ਦੇ ਜ਼ਰੀਏ, ਆਪਣਾ ਜਿਹੜਾ ਸਰਕਾਰੀ ਮੀਡੀਆ ਜਾਂ ਜੋ ਵੀ ਹੈ ਜਿਸ ਤਰੀਕੇ ਦਾ ਵੀ ਮੀਡੀਆ, ਤੇ ਉਸ ਤੇ ਇਹੀ ਕਹਿਣਾ ਚਾਹ ਰਹੀ ਹੈ ਸਰਕਾਰ ਕਿ ਇਹਨੂੰ ਸਿਰਫ ਅੰਦੋਲਨ ਨੂੰ ਹਰਿਆਣਾ ਤੇ ਪੰਜਾਬ ਤੱਕ ਹੀ ਸੀਮਿਤ ਰੱਖ ਰਹੀ ਹੈ। ਪਹਿਲਾਂ ਸਿਰਫ ਪੰਜਾਬ ਤੱਕ ਸੀਮਿਤ ਰੱਖ ਰਹੀ ਸੀ, ਤੇ ਫਿਰ ਹੁਣ ਜਦੋਂ ਹਰਿਆਣੇ ਦਾ ਕਿਸਾਨ ਬੋਲਣ ਲੱਗ ਗਿਆ, ਅਸੀਂ ਦੇਖਿਆ ਕਿ ਪੈਨ ਕਾਰਡ ਤੱਕ ਕਿਸਾਨਾਂ ਨੇ ਦਿਖਾ ਦਿੱਤੇ ਆ ਸਾਡੇ ਚੈਨਲਾਂ ਨੂੰ ਕਿ ਇਹ ਦੇਖੋ ਜੀ ਮੈਂ ਹਰਿਆਣਾ ਦਾ, ਮੇਰਾ ਸਬੂਤ ਇਹ ਹੈ। ਸੋ ਇਸ ਕਰਕੇ ਹੁਣ ਸਰਕਾਰ ਨੂੰ ਵੀ ਪਤਾ ਲੱਗ ਜਾਏਗਾ ਕਿ ਸਿਰਫ ਇਹ ਜਿਹੜਾ ਅੰਦੋਲਨ ਹੈ ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਹ ਅੰਦੋਲਨ ਪੂਰੇ ਦੇਸ਼ ਦਾ, ਜਿਹਦੀ ਆਵਾਜ਼ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਾਕੀ ਦੇ ਸਾਰੇ ਵੱਡੇ ਵੱਡੇ ਮੁਲਕਾਂ ਤੱਕ ਪਹੁੰਚ ਚੁੱਕੀ ਹੈ। ਤੇ ਜਿਸ ਤਰੀਕੇ ਦੇ ਨਾਲ ਕੈਨੇਡਾ ਸਰਕਾਰ ਦੇ ਵੱਲੋਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ, ਤੇ ਸ਼ਾਂਤਮਈ ਪ੍ਰੋਟੈਸਟ ਨੂੰ ਹਰ ਇੱਕ ਇਨਸਾਨ ਦਾ ਜਮਹੂਰੀ ਹੱਕ ਉਹਨਾਂ ਨੇ ਦੱਸਿਆ, ਤੇ ਇਸ ਦੇ ਲਈ ਕਿਸਾਨ ਜਥੇਬੰਦੀਆਂ ਕੈਨੇਡਾ ਸਰਕਾਰ ਦਾ ਵੀ ਧੰਨਵਾਦ ਵੀ ਕਰਦੀਆਂ, ਤੇ ਕਿਸਾਨ ਜਥੇਬੰਦੀਆਂ ਨੇ ਅੱਜ ਸਵਾਲ ਵੀ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਇਸ ਤਰ੍ਹਾਂ ਸੋਚ ਸਕਦੀ ਆ, ਉਹ ਮੰਨਦੀ ਹੈ ਕਿ ਇਹ ਗਲਤ ਹੋ ਰਿਹਾ, ਤੇ ਫਿਰ ਸਾਡੀ ਸਰਕਾਰ ਪਾਰਲੀਮੈਂਟ ਸੱਦ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਿਉਂ ਨਹੀਂ ਕਰ ਦਿੰਦੀ। ਸੋ ਦਰਸ਼ਕੋ, ਅੱਜ ਕਿਉਂਕਿ ਸ਼ਨੀਵਾਰ ਦਾ ਦਿਨ ਸੀ, ਸੋ ਇਸ ਕਰਕੇ ਗਲੋਬਲ ਗੱਲਬਾਤ ਦੇ ਲਈ ਇਹ ਹਫਤਾ ਅੱਜ ਹੀ ਕੰਪਲੀਟ ਹੁੰਦਾ, ਤੇ ਸਾਡੀ ਹੁਣ ਤੁਹਾਡੇ ਨਾਲ ਮੁਲਾਕਾਤ ਹੈ ਜੀ ਜਿਹੜੀ ਉਹ ਅਗਲੇ ਹਫਤੇ ਦੇ ਮੰਗਲਵਾਰ ਨੂੰ ਹੋਵੇਗੀ, ਤੇ ਉਦੋਂ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਮੂਵਮੈਂਟ ਪਿਛਲੇ 2 ਦਿਨਾਂ ਦੇ ਵਿੱਚ ਅੱਗੇ ਵਧੀ ਆ। ਸੋ ਹੁਣ ਮੈਨੂੰ ਤੇ ਮੇਰੀ ਸਾਰੀ ਟੀਮ ਨੂੰ ਆਗਿਆ ਦਿਓ ਜੀ। ਅਗਲੀ ਮੁਲਾਕਾਤ ਸਾਡੀ ਮੰਗਲਵਾਰ ਨੂੰ ਠੀਕ ਇਸੇ ਹੀ ਟਾਈਮ ਤੇ ਇਸੇ ਹੀ ਚੈਨਲ ਤੇ ਹੋਵੇਗੀ। ਤੋ ਤਦ ਤੱਕ ਦੇ ਲਈ ਆਗਿਆ ਦਿਓ ਜੀ। ਧੰਨਵਾਦ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।